ਜੈ ਮਸੀਹ ਦੀ ਪਿਆਰੇ ਦਰਸ਼ਕੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਮਸੀਹੀ ਵਿਸ਼ਵਾਸ ਦੀਆਂ ਮੁੱਢਲੀ ਗੱਲਾਂ ਦੇ ਅਧੀਨ ਬਾਈਬਲ ਪਰਮੇਸ਼ਰ ਦੇ ਵਚਨ ਦੀ ਸ਼ਕਤੀ ਬਾਰੇ ਕੀ ਕਹਿੰਦੀ ਹੈ ਵੇਖ ਰਹੇ ਸੀ। ਇਸ ਦੇ ਬਾਰੇ ਅਧਿਐਨ ਕਰਦੇ ਹੋਏ ਹੁਣ ਤੱਕ ਅਸੀਂ ਵੇਖਿਆ ਕਿ ਬਾਈਬਲ ਪ੍ਰਚਾਰ ਦੇ ਲਈ ਲਾਭਦਾਇਕ ਹੈ, ਇਹ ਸਿੱਖਿਆ ਦੇਣ ਦੇ ਲਈ ਲਾਭਦਾਇਕ ਹੈ, ਇਹ ਸਾਨੂੰ ਪ੍ਰੇਰਨਾ ਦਿੰਦੀ ਹੈ ਅਤੇ ਸਾਨੂੰ ਉਤਸ਼ਾਹਿਤ ਕਰਦੀ ਹੈ ਵਗੈਰਾ ਵਗੈਰਾ। ਦੂਜਾ ਤਿਮੋਥੀਅਸ 3 ਅਧਿਆਏ ਦੀ 17 ਆਇਤ ਨੂੰ ਵੇਖਦਿਆਂ ਹੋਇਆ ਅਸੀਂ ਬਾਈਬਲ ਦੇ ਨਤੀਜੇ ਵਜੋਂ ਇਸ ਦਾ ਸਾਡੇ ਜੀਵਨਾਂ ਦੇ ਉੱਤੇ ਪੈਣ ਵਾਲੇ ਪ੍ਰਭਾਵ ਨੂੰ ਵੇਖਿਆ। ਅਸੀਂ ਦੇਖਿਆ ਕਿ ਇਸ ਦੇ ਰਾਹੀਂ ਅਸੀਂ ਆਤਮਿਕ ਤੌਰ ਤੇ ਨਿਪੁੰਨ ਹੋ ਜਾਂਦੇ ਹਾਂ ਅਤੇ ਮਸੀਹ ਦੇ ਵਿੱਚ ਚੰਗੇ ਕੰਮ ਕਰਨ ਦੇ ਲਈ ਆਤਮਿਕ ਤੌਰ ਤੇ ਤਿਆਰ ਕੀਤੇ ਜਾਂਦੇ ਹਾਂ। ਫਿਰ ਅਸੀਂ ਦੇਖਿਆ ਕਿ ਇਸ ਦੇ ਰਾਹੀਂ ਅਸੀਂ ਆਤਮਿਕ ਤੌਰ ਤੇ ਫਲਦਾਇਕ ਵੀ ਹੁੰਦੇ ਜਾਂਦੇ ਹਾਂ। ਆਤਮਿਕ ਤੌਰ ਤੇ ਫਲਦਾਇਕ ਹੋਣ ਦਾ ਸਾਡੇ ਜੀਵਨ ਦੇ ਉੱਤੇ ਕੀ ਫਰਕ ਪੈਂਦਾ ਹੈ, ਉਸ ਦੇ ਬਾਰੇ ਜਾਣਦੇ ਹੋਏ ਅਸੀਂ ਵੇਖਿਆ ਕਿ ਇਸ ਦੇ ਰਾਹੀਂ ਅਸੀਂ ਭਲੇ ਕੰਮ ਕਰਨ ਲਈ ਲੱਗ ਜਾਂਦੇ ਹਾਂ ਅਤੇ ਭਲੇ ਕੰਮ ਸਾਡੇ ਚਾਲ ਚੱਲਣ ਨੂੰ ਪ੍ਰਦਰਸ਼ਿਤ ਕਰਦੇ ਹਨ। ਦੋਸਤੋ, ਇਹੀ ਉਹ ਫਲ ਹਨ ਜਿਨ੍ਹਾਂ ਨੂੰ ਵੇਖ ਕੇ ਲੋਕ ਸਾਨੂੰ ਪਛਾਣ ਲੈਂਦੇ ਹਨ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਣ ਵਾਲੇ ਲੋਕ ਹਾਂ। ਪਿਆਰੇ ਦਰਸ਼ਕੋ, ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਸੇ ਵਿਸ਼ੇ ਦੇ ਉੱਤੇ ਆਪਣੇ ਅਧਿਐਨ ਨੂੰ ਜਾਰੀ ਰੱਖਾਂਗੇ। ਯਾਨੀ ਕਿ ਅਸੀਂ ਅੱਜ ਵੀ ਇਹੋ ਹੀ ਸਿੱਖਿਆ ਨੂੰ ਪ੍ਰਾਪਤ ਕਰਾਂਗੇ ਕਿ ਬਾਈਬਲ ਮਸੀਹੀ ਵਿਸ਼ਵਾਸ ਦੀਆਂ ਮੁੱਢਲੀ ਗੱਲਾਂ ਦੇ ਅਧੀਨ ਪਰਮੇਸ਼ਰ ਦੇ ਵਚਨ ਦੀ ਸ਼ਕਤੀ ਬਾਰੇ ਸਾਨੂੰ ਕੀ ਸਿਖਾ ਰਹੀ ਹੈ। ਅੱਜ ਅਸੀਂ ਆਤਮਿਕ ਤੌਰ ਤੇ ਫਲਦਾਇਕ ਹੋਣ ਦੇ ਅਰਥ ਨੂੰ ਸਿੱਖਣ ਦੇ ਲਈ ਹੋਰ ਅੱਗੇ ਵਧਾਂਗੇ। ਦੋਸਤੋ, ਤੇ ਆਓ ਫਿਰ ਡਾਕਟਰ ਡੇਵਿਡ ਜਰਮਾਇਆ ਦੇ ਨਾਲ ਆਪਣੇ ਵਚਨ ਦੇ ਅਧਿਐਨ ਦੇ ਵਿੱਚ ਅੱਗੇ ਵਧਦੇ ਹਾਂ ਅਤੇ ਸਿੱਖਦੇ ਹਾਂ ਕਿ ਬਾਈਬਲ ਪਰਮੇਸ਼ਰ ਦੇ ਵਚਨ ਦੀ ਸ਼ਕਤੀ ਬਾਰੇ ਸਾਨੂੰ ਕੀ ਸਿਖਾਉਂਦੀ ਹੈ। ਆਓ ਆਪਣੇ ਅਧਿਐਨ ਨੂੰ ਸ਼ੁਰੂ ਕਰੀਏ। ਸਾਡੇ ਭਲੇ ਦੇ ਕੰਮ ਸਾਡੇ ਵੈਰੀਆਂ ਨੂੰ ਹਰਾਉਂਦੇ ਹਨ। ਦੂਸਰੀ ਗੱਲ, ਸਾਡੇ ਭਲੇ ਦੇ ਕੰਮ ਸਾਡੇ ਵੈਰੀਆਂ ਨੂੰ ਹਰਾਉਂਦੇ ਹਨ। ਤੀਤਸ 2 ਅਧਿਆਏ 7 ਔਰ 8 ਦੇ ਵਚਨ ਉੱਤੇ ਗੌਰ ਕਰੋ। ਅਤੇ ਸਭਨੀ ਗੱਲੀ ਤੂੰ ਆਪਣੇ ਆਪ ਨੂੰ ਸ਼ੁਭ ਕਰਮਾਂ ਦੇ ਨਮੂਨਾ ਕਰਕੇ ਵਿਖਿਆ, ਸਿੱਖਿਆ ਦੇਣ ਵਿੱਚ ਸਚਾਈ ਅਤੇ ਗੰਭੀਰਤਾਈ ਅਤੇ ਖਰਾ ਵਚਨ ਹੋਵੇ, ਜਿਹਦੇ ਉੱਤੇ ਕੋਈ ਦੋਸ਼ ਨਾ ਲੱਗ ਸਕੇ। ਭਾਈ ਵਿਰੋਧੀ ਸਾਡੇ ਉੱਤੇ ਔਗਣ ਲਾਉਣ ਦਾ ਦੌ ਨਾ ਪਾ ਕੇ ਲਗਿਆਵਾਨ ਹੋਵੇ। ਉਹ ਆਖਦੇ ਹਨ, ਕੁਝ ਵੀ ਬੁਰਾ ਕਿਉਂ ਨਹੀਂ ਆਖ ਸਕਦਾ। ਇਹ ਤਾਂ ਪੁਰਾਣੇ ਨੇਮ ਵਿੱਚ ਜ਼ਿਕਰ ਕੀਤਾ ਦਾਨੀਅਲ ਦੀ ਤਰ੍ਹਾਂ ਹੀ ਹੈ। ਉਹਨਾਂ ਨੇ ਦਾਨੀਅਲ ਦੇ ਬਾਰੇ ਕੁਝ ਅਜਿਹਾ ਲੱਭਣ ਦੀ ਕੋਸ਼ਿਸ਼ ਕੀਤੀ ਸੀ ਜਿਸ ਦਾ ਇਸਤੇਮਾਲ ਉਹ ਉਸ ਨੂੰ ਗ੍ਰਿਫਤਾਰ ਕਰਨ ਲਈ ਕਰ ਸਕਦੇ ਸਨ। ਅਤੇ ਬਾਈਬਲ ਆਖਦੀ ਹੈ ਕਿ ਇੱਕੋ ਇੱਕ ਚੀਜ਼ ਜੋ ਉਹ ਦਾਨੀਅਲ ਬਾਰੇ ਲੱਭ ਸਕੇ ਸਨ, ਉਸ ਦਾ ਸੰਬੰਧ ਪਰਮੇਸ਼ਰ ਦੇ ਨਾਲ, ਉਸ ਦੀ ਚਾਲ ਨਾਲ ਜੁੜਿਆ ਹੋਇਆ ਸੀ। ਅਤੇ ਪਰਮੇਸ਼ਰ ਦੀ ਬਾਣੀ ਆਖਦੀ ਹੈ, ਜੇਕਰ ਪਰਮੇਸ਼ਰ ਦੀ ਬਾਣੀ ਤੁਹਾਡੇ ਅੰਦਰ ਹੈ ਤਦ ਇਹ ਆਪ ਨੂੰ ਇੱਕ ਉਪਜਾਊ ਮਸੀਹ ਬਣਾ ਦੇਵੇਗੀ ਜੋ ਕਿ ਸ਼ੁਭ ਕਰਮਾਂ ਲਈ ਸਰਗਰਮ ਹੋਵੇ। ਅਤੇ ਜਦੋਂ ਆਪ ਆਪਣੇ ਭਲੇ ਦੇ ਕੰਮ ਕਰਦੇ ਹੋ ਤਦ ਆਪ ਉਹਨਾਂ ਲੋਕਾਂ ਦੇ ਮੂੰਹਾਂ ਨੂੰ ਬੰਦ ਕਰ ਦਿੰਦੇ ਹੋ ਜੋ ਆਪ ਦੀ ਆਲੋਚਨਾ ਕਰਨੀ ਚਾਹੁੰਦੇ ਹਨ। ਜੀ ਹਾਂ, ਉਹ ਆਪ ਦੀ ਗਵਾਹੀ ਬਾਰੇ ਗੱਲਾਂ ਕਰਦੇ ਹੋ ਸਕਦੇ ਹਨ, ਉਹ ਆਪ ਦੇ ਪਿਆਰ ਬਾਰੇ ਗੱਲਾਂ ਕਰਦੇ ਹੋ ਸਕਦੇ ਹਨ, ਪਰ ਜੇ ਕਦੇ ਵੀ ਉਹਨਾਂ ਨੂੰ ਆਪਣੇ ਬੁਰੇ ਵਤੀਰੇ ਬਾਰੇ ਗੱਲ ਨਾ ਕਰਨ ਦਿਓ, ਕਿਉਂਕਿ ਤੁਹਾਡੇ ਭਲੇ ਦੇ ਕੰਮ ਉਹਨਾਂ ਦੇ ਮੂੰਹ ਬੰਦ ਕਰਦੇ ਹਨ। ਸ਼ੁਭ ਕੰਮ ਸਾਡੀ ਨੇਚਾ ਨੂੰ ਜ਼ਾਹਿਰ ਕਰਦੇ ਹਨ। ਤੀਸਰੀ ਗੱਲ ਜੋ ਤੀਤਸ 2 ਅਧਿਆਏ 14 ਵਿੱਚ ਹੈ, ਗੌਰ ਕਰੋ, ਉਹ ਹੈ ਭਲੇ ਦੇ ਕੰਮ ਸਾਡੀ ਨੇਚਾ ਨੂੰ ਪ੍ਰਦਰਸ਼ ਕਰਦੇ ਹਨ, ਜਿਨ੍ਹਾਂ ਨੇ ਆਪਣੇ ਆਪ ਨੂੰ ਸਾਡੇ ਲਈ ਦੇ ਦਿੱਤਾ। ਭਾਈ ਸਾਰੇ ਕੁਧਰਮ ਤੋਂ ਸਾਡਾ ਨਿਸਤਾਰਾ ਕਰੇ ਅਤੇ ਖਾਸ ਆਪਣੇ ਲਈ ਇੱਕ ਕੌਮ ਨੂੰ ਪਾਕ ਕਰੇ ਜੋ ਸ਼ੁਭ ਕਰਮਾਂ ਵਿੱਚ ਸਰਗਰਮ ਹੋਵੇ। ਆਪ ਨੂੰ ਸਿਰਫ ਸ਼ੁਭ ਕਰਮਾਂ ਲਈ ਹੀ ਸਮਰਪਿਤ ਨਹੀਂ ਹੋਣਾ ਪੈਣਾ, ਸਾਨੂੰ ਤਾਂ ਇਸ ਬਾਰੇ ਕੱਟੜ ਜਾਂ ਹੱਠ ਧਰਮੀ ਹੋਣਾ ਪੈਣਾ ਹੈ। ਜਦੋਂ ਸਾਡੇ ਗੁਆਂਢਾਂ ਵਿੱਚ ਕੋਈ ਵੀ ਕਿਸੇ ਸਮੱਸਿਆ ਵਿੱਚ ਹੋਵੇ ਤਦ ਸਾਨੂੰ ਸਭ ਤੋਂ ਪਹਿਲਾਂ ਉਹਨਾਂ ਦੇ ਦਰਵਾਜ਼ੇ ਉੱਤੇ ਦਸਤਕ ਦੇਣੀ ਚਾਹੀਦੀ ਹੈ। ਅਸੀਂ ਆਪਣੇ ਸਮਾਜ ਵਿੱਚ, ਆਪਣੀ ਕਲੀਸਿਆ ਵਿੱਚ ਉਹਨਾਂ ਲੋਕਾਂ ਤੱਕ ਆਪਣੀ ਪਹੁੰਚ ਬਣਾਉਂਦੇ ਹਾਂ ਜਿਨ੍ਹਾਂ ਬਾਰੇ ਅਸੀਂ ਜਾਣਦੇ ਹਾਂ ਕਿ ਉਹ ਇੱਕ ਕਠਿਨ ਸਮੇਂ ਵਿੱਚ ਗੁਜ਼ਰ ਰਹੇ ਹਨ, ਅਤੇ ਅਸੀਂ ਜੋ ਵੀ ਮਦਦ ਉਹਨਾਂ ਨੂੰ ਕੰਮ ਚਲਾਉਣ ਲਈ ਜ਼ਰੂਰੀ ਹੋਵੇ ਦੇ ਦਿੰਦੇ ਹਾਂ। ਕਿਉਂਕਿ ਇਹੋ ਹੀ ਹੈ ਜੋ ਮਸੀਹ ਲੋਕ ਕਰਦੇ ਹਨ। ਆਪ ਨੂੰ ਉਦੋਂ ਤੱਕ ਇੰਤਜ਼ਾਰ ਨਹੀਂ ਕਰਨੀ ਪੈਣੀ ਜਦੋਂ ਤੱਕ ਕੋਈ ਆ ਕੇ ਆਪ ਨੂੰ ਨਾ ਪੁੱਛੇ। ਆਪ ਤਾਂ ਹਮੇਸ਼ਾ ਹੀ ਆਪਣੀ ਨੇਚਾ ਨੂੰ ਧਾਰਮਿਕ ਕਰਨ ਦੇ ਤਰੀਕਿਆਂ ਨਾਲ ਭਾਲ ਰਹੇ ਹੋ। ਕੀ ਆਪ ਜਾਣਦੇ ਹੋ ਕਿਉਂਕਿ ਮਸੀਹ ਇਸ ਲਈ ਮੋਇਆ ਸੀ। ਮਸੀਹ ਸਾਡੇ ਅੰਦਰ
ਇਹੋ ਜਿਹੇ ਲੋਕਾਂ ਨੂੰ ਰਚਣ ਲਈ ਮੋਇਆ ਸੀ ਜੋ ਉਸ ਲਈ ਖਾਸ ਸਨ ਅਤੇ ਸ਼ੁਭ ਕਰਮਾਂ ਲਈ ਸਰਗਰਮ ਹੋਵੇ। ਸ਼ੁਭ ਕਰਮਾਂ ਸਾਡੀ ਨਾਗਰਿਕਤਾ ਦਾ ਵਰਣਨ ਕਰਦੇ ਹਨ ਅਤੇ ਸ਼ੁਭ ਕਰਮ ਸਾਡੀ ਨਾਗਰਿਕਤਾ ਦਾ ਵਰਣਨ ਕਰਦੇ ਹਨ। ਤੀਤਸ 3 ਅਧਿਆਇ 1 ਤੇ 2 ਦੇ ਵਚਨ ਆਖਦੇ ਹਨ, ਉਹਨਾਂ ਨੂੰ ਚੇਤੇ ਕਰੋ, ਭਾਈ ਹਾਕਮਾਂ ਅਤੇ ਇਖਤਿਆਰ ਵਾਲਿਆਂ ਦੇ ਅਧੀਨ ਹੋਵੋ ਅਤੇ ਆਗਿਆਕਾਰ ਬਣੇ ਰਹਿਣਾ, ਨਾਲੇ ਹਰੇਕ ਸ਼ੁਭ ਕਰਮ ਉੱਤੇ ਲੱਕ ਬੰਨੀ ਰੱਖਣਾ। ਕਿਸੇ ਵੀ ਬਦਨਾਮੀ ਨਾ ਕਰਨ, ਝਗੜਾਲੂ ਨਹੀਂ ਸਗੋਂ ਸ਼ੀਲ ਸੁਭਾਅ ਹੋਣ ਅਤੇ ਸਭੇ ਮਨੁੱਖਾਂ ਨਾਲ ਪੂਰੀ ਨਮਰਾਈ ਰੱਖਣ। ਕਿ ਆਪ ਨੂੰ ਪਤਾ ਹੈ ਮਸੀਹੀ ਨੂੰ ਨੇਕ ਨਾਗਰਿਕਤਾ ਹੋਣਾ ਚਾਹੀਦਾ ਹੈ ਜਦੋਂ ਤੱਕ ਸਾਨੂੰ ਅਜਿਹਾ ਕੁਝ ਕਰਨ ਨੂੰ ਨਹੀਂ ਆਖਿਆ ਜਾਂਦਾ ਜੋ ਪਰਮੇਸ਼ਰ ਦੇ ਨਾਲ ਸਾਡੇ ਬੰਨੇ ਹੋਏ ਨੇਮ ਦਾ ਉਲੰਘਣ ਕਰਦੇ ਹੋਵੋ। ਸਾਨੂੰ ਹਾਕਮਾਂ ਦੇ ਅਧੀਨ ਰਹਿੰਦਿਆਂ ਨੇਕ ਨਾਗਰਿਕ ਹੋਣਾ ਚਾਹੀਦਾ ਹੈ। ਸ਼ੁਭ ਕਰਮ ਸਾਡੀ ਪ੍ਰਭਾਵਪੂਰਨਤਾ ਨੂੰ ਨਿਰਧਾਰਿਤ ਕਰਦੇ ਹਨ ਅਤੇ ਅੰਤ ਵਿੱਚ ਸਾਡੇ ਸ਼ੁਭ ਕਰਮ ਸਾਡੀ ਪ੍ਰਭਾਵਪੂਰਨਤਾ ਨੂੰ ਨਿਰਾਧਿਤ ਕਰਦੇ ਹਨ। ਤੀਤਸ 3 ਅਧਿਆਇ 14 ਵਚਨ ਇਹ ਆਖਦੇ ਹਨ, ਅਤੇ ਸਾਡੇ ਲੋਕਾਂ ਨੂੰ ਇਹ ਸਿੱਖਣਾ ਚਾਹੀਦਾ ਹੈ ਭਾਈ ਜ਼ਰੂਰੀ ਲੋੜਾਂ ਪੂਰੀਆਂ ਕਰਨ ਲਈ ਸ਼ੁਭ ਕਰਮ ਕਰਨ ਵਿੱਚ ਚਿਤ ਲਾਉਣ, ਭਾਈ ਉਹ ਨਿਸਫਲ ਨਾ ਰਹਿਣ। ਜੇਕਰ ਤੁਸੀਂ ਸ਼ੁਭ ਕਰਮ ਨੂੰ ਨਹੀਂ ਕਰਦੇ ਤੁਸੀਂ ਗੌਰ ਉਪਜਾਊ ਹੋ। ਅਤੇ ਬਾਈਬਲ ਆਖਦੀ ਹੈ ਕਿ ਜਦੋਂ ਆਪਣੇ ਜੀਵਨ ਵਿੱਚ ਪਰਮੇਸ਼ਰ ਦੀ ਬਾਣੀ ਹੋਵੇ ਤਦ ਇਹ ਆਪ ਨੂੰ ਨਿਪੁੰਨ ਕਰਨ ਜਾ ਰਹੀ ਹੈ। ਆਪ ਸੰਪੂਰਨ ਹੋਣ ਜਾ ਰਹੇ ਹੋ ਤਾਂ ਕਿ ਤੁਸੀਂ ਤਿਆਰ ਹੋਵੋ ਅਤੇ ਆਪ ਨੂੰ ਉਪਜਾਊ ਬਣਾਉਣ ਜਾ ਰਹੀ ਹੈ। ਉਪਜਾਊ ਹੋਣ ਦਾ ਕੀ ਅਰਥ ਹੁੰਦਾ ਹੈ? ਇਸ ਦਾ ਅਰਥ ਹੁੰਦਾ ਹੈ ਕੁਝ ਕਰਦੇ ਹੋਏ ਹੋਣਾ। ਕੀ ਤੁਹਾਨੂੰ ਪਤਾ ਹੈ ਕਦੇ ਕਦੇ ਮੈਨੂੰ ਉਹਨਾਂ ਮਸੀਹਾਂ ਦਾ ਪਤਾ ਲੱਗਦਾ ਹੈ ਜੋ ਆਪਣੇ ਹੱਥਾਂ ਪਰ ਬੈਠ ਕੇ ਇਹ ਸੋਚਦੇ ਰਹਿੰਦੇ ਹਨ ਅਤੇ ਇਸ ਤਰ੍ਹਾਂ ਆਖਦੇ ਹਨ, ਤੁਹਾਨੂੰ ਪਤਾ ਹੀ ਹੈ ਜੇਕਰ ਪਰਮੇਸ਼ਰ ਮੈਨੂੰ ਕਦੇ ਵੀ ਕੁਝ ਕਰਨ ਨੂੰ ਆਖੇ ਤਦ ਹੀ ਮੈਂ ਕੁਝ ਕਰਨ ਜਾ ਰਿਹਾ ਹਾਂ। ਮੈਂ ਸੋਚਦਾ ਹਾਂ ਕਿ ਪਰਮੇਸ਼ਰ ਪਹਿਲਾਂ ਹੀ ਆਪ ਨੂੰ ਆਖ ਚੁੱਕਾ ਹੈ, ਉੱਠੋ ਅਤੇ ਕੁਝ ਕਰੋ। ਜੇਕਰ ਆਪ ਨਿਸ਼ਚਿੰਤ ਨਹੀਂ ਹੋ ਫਿਰ ਵੀ ਇਸ ਨੂੰ ਕਰੋ। ਜੇਕਰ ਇੱਕ ਭਲਾ ਹੈ ਤਦ ਪਰਮੇਸ਼ਰ ਇਸ ਨੂੰ ਸੰਪੂਰਨ ਕਰਨ ਵਿੱਚ ਆਪ ਦੀ ਮਦਦ ਕਰੇਗਾ। ਆਪ ਵਿੱਚੋਂ ਕਿੰਨੇ ਕੁ ਇਹ ਜਾਣਦੇ ਹਨ ਕਿ ਕਾਰ ਦੇ ਚੱਲਣ ਤੋਂ ਬਾਅਦ ਇਸ ਨੂੰ ਘੁਮਾਉਣਾ ਆਸਾਨ ਹੁੰਦਾ ਹੈ? ਆਮੀਨ। ਤੁਸਾਂ ਸਭਨਾਂ ਵਿੱਚ ਕੁਝ ਕੁ ਮੈਂ ਤੁਹਾਨੂੰ ਆਖ ਰਿਹਾ ਹਾਂ। ਇਹਨਾਂ ਦਿਨਾਂ ਵਿੱਚ ਇੱਕ ਦੇ ਦੌਰਾਨ ਮੈਂ ਇੱਕ ਕਲੀਸਿਆ ਦੇ ਅੰਦਰ ਲੋਕਾਂ ਨੂੰ ਇਹ ਆਖਦਿਆਂ ਸੁਣ ਚੁੱਕਾ ਹਾਂ, ਜਦੋਂ ਸਭ ਕੁਝ ਠੀਕ ਠਾਕ ਹੋ ਜਾਵੇ ਤਦ ਮੈਂ ਕਲੀਸਿਆ ਵਿੱਚ ਸ਼ਾਮਲ ਹੋਣ ਜਾ ਰਿਹਾ ਹਾਂ। ਮੇਰੇ ਦੋਸਤੋ, ਕੀ ਬਰਪਣਾ ਪੈਣਾ ਹੈ? ਕੀ ਆਪ ਸਵਰਗ ਤੋਂ ਆਵਾਜ਼ ਸੁਣਨ ਦੀ ਉਡੀਕ ਕਰ ਰਹੇ ਹੋ? ਆਪ ਪਹਿਲਾਂ ਹੀ ਸੁਣ ਚੁੱਕੇ ਹੋ। ਇਹ ਇਸ ਕਿਤਾਬ ਦੇ ਵਿੱਚ ਹੈ। ਕਿਸੇ ਨੇ ਆਖਿਆ, ਮੈਨੂੰ ਪਤਾ ਹੈ ਪਾਸਵਾਨ ਸਾਹਿਬ ਕਿ ਮੈਨੂੰ ਬਪਤਿਸਮਾ ਲੈਣਾ ਚਾਹੀਦਾ ਹੈ ਅਤੇ ਮੈਂ ਨਹੀਂ ਜਾਣਦਾ, ਮੈਂ ਤਾਂ ਬਸ ਇਸ ਦੀ ਉਦੋਂ ਤੱਕ ਇੰਤਜ਼ਾਰ ਕਰ ਰਿਹਾ ਹਾਂ ਜਦੋਂ ਮੈਂ ਇਸ ਬਾਰੇ ਠੀਕ ਠਾਕ ਮਹਿਸੂਸ ਨਾ ਕਰ ਲਵਾਂ। ਆਪ ਕਦੇ ਕਦੇ ਵੀ 2000 ਲੋਕਾਂ ਦੇ ਸਾਹਮਣੇ ਇੱਕ ਪਾਣੀ ਦੇ ਚਬੂਚੇ ਦੇ ਅੰਦਰ ਜਾਣ ਨੂੰ ਬਾਰੇ ਠੀਕ ਠਾਕ ਮਹਿਸੂਸ ਕਰ ਨਹੀਂ ਜਾ ਰਹੇ, ਪਰ ਜੇਕਰ ਪਰਮੇਸ਼ਰ ਨੇ ਇਹ ਆਖਿਆ ਹੈ ਇਸ ਨੂੰ ਕਰੋ। ਆਮੀਨ। ਜੀ ਹਾਂ, ਇੱਥੇ ਇੱਕ ਕੰਮ ਹੈ ਜੋ ਕਿ ਅਗਲੇ ਹਫ਼ਤੇ ਲਈ ਸਾਨੂੰ ਆਰੰਭ ਕਰਨ ਵਿੱਚ ਮਦਦ ਕਰੇਗਾ। ਮੈਨੂੰ ਪਤਾ ਹੈ ਮੈਨੂੰ ਦਸਵੰਧ ਦੇਣਾ ਚਾਹੀਦਾ ਹੈ। ਜੀ ਹਾਂ, ਜੇਕਰ ਆਪ ਨੂੰ ਪਤਾ ਹੈ ਤਦ ਆਪ ਇਹ ਕੰਮ ਕਿਉਂ ਨਹੀਂ ਕਰ ਰਹੇ ਹੋ? ਮੇਰਾ ਭਾਵ, ਮੈਨੂੰ ਹਰ ਸਾਲ 4 ਹਫ਼ਤੇ ਸਾਨੂੰ ਇਹ ਸਿਖਾਉਣ ਨਹੀਂ ਚਾਹੀਦਾ, ਪਰ ਮੈਂ ਇਹ ਇਸ ਕਰਕੇ ਕਰ ਰਿਹਾ ਹਾਂ ਕਿਉਂਕਿ ਸਾਡੇ ਵਿੱਚ ਬਹੁਤ ਸਾਰੇ ਨਵੇਂ ਲੋਕ ਹਨ ਅਤੇ ਇਸ ਕਰਕੇ ਕਿਉਂਕਿ ਇਸ ਦਾ ਸਾਨੂੰ ਯਾਦ ਕਰਾਇਆ ਜਾਣਾ ਜ਼ਰੂਰੀ ਹੈ। ਤੁਹਾਡੇ ਵਿੱਚ ਕਿੰਨੇ ਕੁ ਇਹ ਜਾਣਦੇ ਹਨ ਕਿ ਪਰਮੇਸ਼ਰ ਖੁਸ਼ੀ ਨਾਲ ਦੇਣ ਵਾਲਿਆਂ ਨੂੰ ਪਿਆਰ ਕਰਦਾ ਹੈ? ਆਮੀਨ। ਹੁਣ ਮੈਨੂੰ ਇਹ ਭਲੇ ਕੰਮਾਂ ਨਾਲ ਸੰਬੰਧਿਤ ਸਾਰੀਆਂ ਗੱਲਾਂ ਨੂੰ ਇਕੱਠੀਆਂ ਕਰਨਾ ਦਿਓ। ਅਸੀਂ ਇੱਥੇ ਬਾਹਰ ਤਾਂ ਹਾਂ। ਮੱਤੀ ਦੀ ਅੰਜੀਲ ਵਿੱਚ ਵਰਣਨ ਪਹਾੜੀ ਉਪਦੇਸ਼ ਵਿੱਚ ਯਿਸੂ ਜੀ ਨੇ ਇਹਦੇ ਸੰਬੰਧ ਵਿੱਚ ਇਸ ਤਰ੍ਹਾਂ ਆਖਿਆ ਸੀ। ਮੱਤੀ 5:16 ਇਸ ਤਰ੍ਹਾਂ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ। ਇਸ ਉੱਤੇ ਗੌਰ ਕਰੋ ਤਾਂ ਜੋ ਉਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਕੋਲ ਆ ਕੇ ਤੁਹਾਡੀ ਪਿੱਠ ਉੱਤੇ ਥਾਪੀ ਦੇਣ। ਇਹੋ ਹੀ ਹੈ ਜੋ ਅਸੀਂ ਅਕਸਰ ਸੋਚਦੇ ਹਾਂ, ਤਾਂ ਜੋ ਉਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸਵਰਗ ਵਿੱਚ ਹੈ ਵਡਿਆਈ ਕਰਨ। ਇਸ ਦਾ ਬਾਕੀ ਕੀ ਹੈ? ਸਵਰਗ ਵਿੱਚ ਮੱਤੀ 5:16 ਵਿੱਚ ਜਦੋਂ ਲੋਕ ਉਸ ਨੂੰ ਵੇਖਦੇ ਹਨ, ਜੋ ਅਸੀਂ ਇਸ ਕਰਕੇ ਕਰਦੇ ਹਾਂ ਕਿਉਂਕਿ ਅਸੀਂ ਮਸੀਹੀ ਹਾਂ, ਕਿਉਂਕਿ ਅਸੀਂ ਉਪਜਾਊ ਹਾਂ, ਕਿਉਂਕਿ ਅਸੀਂ ਪਰਮੇਸ਼ਰ ਦੀ ਬਾਣੀ ਵਿੱਚ ਬਣੇ ਹੋਏ ਹਾਂ ਅਤੇ ਪਰਮੇਸ਼ਰ ਦੀ ਬਾਣੀ ਦੇ ਦੁਆਰਾ ਤਰੋ ਤਾਜ਼ਾ ਕੀਤੇ ਜਾਂਦੇ ਹਾਂ ਅਤੇ ਅਸੀਂ ਸ਼ੁਭ ਕਰਮਾਂ ਨੂੰ ਪੈਦਾ ਕਰਦੇ ਹਾਂ। ਉਹਨਾਂ ਨੂੰ ਇਹ ਆਖਦੇ ਹੋਏ ਚਾਹੀਦਾ ਹੈ ਕਿ ਆਪ ਜਾਣਦੇ ਹੋ ਕਿ ਇਹ ਵੀ ਉਹਨਾਂ ਮਸੀਹਾਂ ਵਿੱਚੋਂ ਇੱਕ ਹੈ। ਉਹ ਉਹਨਾਂ ਵਿੱਚੋਂ ਇੱਕ ਹੈ। ਆਪ ਜਾਣਦੇ ਹੋ ਉਹ ਕੀ ਆਖਦੇ ਹਨ। ਕਿ ਆਪ ਨਹੀਂ ਜਾਣਦੇ ਉਹ ਉਹਨਾਂ ਵਿੱਚ ਇੱਕ ਹੈ। ਇਹ ਤਾਂ ਇੱਕ ਮਹਾਨ ਵਿਚਾਰ ਹੈ। ਮੈਂ ਉਹਨਾਂ ਵਿੱਚੋਂ ਇੱਕ ਹਾਂ। ਤੁਹਾਡੇ ਵਿੱਚੋਂ ਉਹਨਾਂ ਵਿੱਚੋਂ ਇੱਕ ਹਨ। ਆਮੀਨ। ਅਤੇ ਉਹਨਾਂ
ਸਵਰਗ ਵਿਚਲੇ ਪਿਤਾ ਦੀ ਵਡਿਆਈ ਕਰਨ ਦਿਓ, ਕਿਉਂਕਿ ਉਹ ਤੁਹਾਡੇ ਭਲੇ ਦੇ ਕੰਮਾਂ ਨੂੰ ਵੇਖਦੇ ਹਨ ਜੋ ਤੁਸੀਂ ਕਰਦੇ ਹੋ। ਪੁਰਾਣੇ ਦੱਖਣੀ ਇਲਾਕੇ ਦੇ ਪੱਧਰ ਪੁਰਸ਼ ਦੀ, ਜੋ ਕਿ ਇੱਕ ਨਾਸਤਿਕ ਸੀ, ਲੋਕ ਉਸ ਦੇ ਇੱਕ ਮਸੀਹ ਹੋਣ ਲਈ ਕੋਸ਼ਿਸ਼ ਕਰ ਰਹੇ ਸਨ ਅਤੇ ਹਰ ਸੰਭਵ ਦਲੀਲ ਨਾਲ ਕੋਸ਼ਿਸ਼ ਕੀਤੀ ਉਸ ਨੂੰ ਸਿਖਾਉਣਾ ਕਿ ਇੱਕ ਮਸੀਹ ਕੀ ਹੁੰਦਾ ਹੈ। ਉਹਨਾਂ ਨੇ ਸਾਰੀਆਂ ਮਾਫੀਆਂ ਮੰਗਣ ਨਾਲ ਸੰਬੰਧਿਤ ਦਲੀਲਾਂ ਕੀਤੀਆਂ ਸਨ। ਉਹਨਾਂ ਨੇ ਸਾਰੀਆਂ ਉਦਾਹਰਨਾਂ ਦਿੱਤੀਆਂ ਅਤੇ ਬਾਈਬਲ ਦੀਆਂ ਸਾਰੀਆਂ ਕਠਿਨਾਈਆਂ ਦੇ ਉੱਤਰ ਦਿੱਤੇ ਸਨ ਅਤੇ ਉਹ ਵਿਸ਼ਵਾਸ ਨਹੀਂ ਸੀ ਕਰ ਸਕਿਆ। ਪਰ ਫਿਰ ਵੀ ਉਸ ਦੀ ਧੀ, ਜੋ ਕਿ ਇੱਕ ਛੋਟੀ ਲੜਕੀ ਸੀ, ਉਹ ਬੜੀ ਹੋ ਗਈ ਅਤੇ ਇੱਕ ਸੰਡੇ ਸਕੂਲ ਗਈ ਅਤੇ ਉਹ ਬਚਾਈ ਗਈ ਸੀ ਅਤੇ ਉਹ ਘਰ ਆਈ ਅਤੇ ਉਹਨਾਂ ਦੇ ਘਰ ਵਿੱਚ ਇੱਕ ਛੋਟਾ ਮਸੀਹੀ ਵਜੋਂ ਜਿਉਣ ਲੱਗ ਪਈ ਸੀ। ਅਤੇ ਇੱਕ ਦਿਨ ਉਸ ਬਜ਼ੁਰਗ ਹਠੀ, ਕਠੋਰ, ਚਿੜਚਿੜੇ ਨਾਸਤਿਕ ਤੇ ਆਖਿਆ, ਉਹ ਸਾਰੀਆਂ ਜਗਤ ਦੀਆਂ ਮਾਫੀਆਂ ਦੀ ਦਲੀਲਾਂ ਨੂੰ ਇਹ ਵਿਸ਼ਵਾਸ ਨਹੀਂ ਸੀ ਕਰਵਾਇਆ ਸਕਿਆ ਜੋ ਆਪ ਮੇਤੋਂ ਵਿਸ਼ਵਾਸ ਕਰਾਉਣ ਦੀ ਕੋਸ਼ਿਸ਼ ਕਰਦੇ ਆ ਰਹੇ ਸੀ। ਪਰ ਉਹ ਸਧਾਰਨ ਲੜਕੀ ਜੋ ਮੇਰੇ ਘਰ ਵਿੱਚ ਰਹਿੰਦੀ ਹੈ, ਉਹ ਪਰਮੇਸ਼ਰ ਲਈ ਜਿਉਂਦੀ ਆ ਰਹੀ ਹੈ ਅਤੇ ਉਹ ਮੈਨੂੰ ਉਹ ਸਦਗੁਣ ਵਿਖਾਉਂਦੀ ਆ ਰਹੀ ਹੈ ਜੋ ਮੇਰੇ ਜੀਵਨ ਵਿੱਚ ਮੇਰੇ ਕੋਲ ਨਹੀਂ ਹਨ। ਉਸਨੇ ਇਸ ਦਾ ਮੈਨੂੰ ਦ੍ਰਿੜ ਭਰੋਸਾ ਦਿਲਾਇਆ ਹੈ ਕਿ ਇੱਕ ਪਰਮੇਸ਼ਰ ਮੌਜੂਦ ਅਤੇ ਮੈਨੂੰ ਉਸ ਵਿੱਚ ਵਿਸ਼ਵਾਸ ਕਰਨ ਦੀ ਜ਼ਰੂਰਤ ਹੈ। ਇਹ ਸ਼ੁਭ ਕੰਮ ਹੀ ਹੈ। ਇਹ ਤਾਂ ਉਹ ਜੀਵਨ ਹੈ ਜੋ ਅਸੀਂ ਜਿਉਂਦੇ ਹਾਂ। ਮੇਰੇ ਦੋਸਤੋ, ਜੇਕਰ ਆਪ ਯਿਸੂ ਬਾਰੇ ਤਾਂ ਸਭ ਕੁਝ ਦੁਹਾਈ ਦਿੰਦੇ ਹੋ, ਇੱਧਰ ਉੱਧਰ ਘੁੰਮਦੇ ਜਾਂਦੇ ਹੋ, ਪਰ ਆਪ ਦਾ ਜੀਵਨ ਪੂਰੀ ਤਰ੍ਹਾਂ ਉਲਟ ਪੁਲਟ ਹੈ, ਤਦ ਆਪ ਜਦੋਂ ਤੱਕ ਆਪਣਾ ਜੀਵਨ ਆਪਣੇ ਸੰਦੇਸ਼ ਦੇ ਨਾਲ ਮੇਲ ਖਾਂਦਾ ਨਹੀਂ ਬਣਾ ਲੈਂਦੇ ਹੋ, ਉਦੋਂ ਤੱਕ ਚੁੱਪ ਰਹੋ, ਕਿਉਂਕਿ ਅਸਲੀਅਤ ਤੋਂ ਬਗੈਰ ਦਿੱਤੇ ਵਚਨ ਭਲਾਈ ਨਾਲ ਜ਼ਿਆਦਾ ਨੁਕਸਾਨ ਕਰਦੇ ਹਨ। ਹੁਣ ਇਸ ਦਾ ਅਰਥ ਇਹ ਨਹੀਂ ਹੁੰਦਾ ਕਿ ਆਪ ਨੂੰ ਸੰਪੂਰਨ ਹੋਣਾ ਪੈਣਾ ਹੈ। ਸਾਡੇ ਵਿੱਚੋਂ ਕੋਈ ਵੀ ਸੰਪੂਰਨ ਨਹੀਂ। ਜੇਕਰ ਆਪ ਦੇ ਮਸੀਹ ਬਾਰੇ ਗੱਲ ਕਰ ਸਕਣ ਤਾਂ ਪਹਿਲਾਂ ਆਪ ਨੂੰ ਸੰਪੂਰਨ ਹੋਣਾ ਪੈਣਾ ਹੈ। ਤਦ ਅਸੀਂ ਸਾਰੇ ਚੁੱਪ ਹੀ ਰਹਿੰਦੇ ਹਾਂ। ਪਰ ਆਪ ਨੂੰ ਪਤਾ ਹੈ, ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਹਾਂ, ਜੇਕਰ ਆਪ ਇੱਕ ਇਹੋ ਜਿਹੇ ਜੀਵਨ ਸ਼ੈਲੀ ਵਿੱਚ ਜੀ ਰਹੇ ਹੋ ਜੋ ਪ੍ਰਭੂ ਦਾ ਅਪਮਾਨ ਕਰ ਰਹੀ ਹੈ, ਤਦ ਗਵਾਹੀਆਂ ਦਿੰਦਿਆਂ ਐਵੇਂ ਨਾ ਭੱਜੋ ਫਿਰੋ। ਆਪ ਦਾ ਜੀਵਨ ਸ਼ੁੱਧ ਅਤੇ ਠੀਕ ਠਾਕ ਹੋਣ ਦਿਓ, ਤਦ ਆਪ ਦਾ ਜੀਵਨ ਪ੍ਰਭੂ ਦਾ ਆਦਰ ਅਤੇ ਵਡਿਆਈ ਕਰ ਸਕਦਾ ਹੈ। ਜਿਵੇਂ ਕਿ ਆਪ ਵਿੱਚੋਂ ਕੁਝ ਜਾਣਦੇ ਹਨ ਕਿ ਮੈਂ ਆਪਣੇ ਪਿਤਾ ਦੀ ਜਾਇਦਾਦ ਦਾ ਕਾਰਜਕਾਰੀ ਹੋਣਾ ਦੀ ਜ਼ਿੰਮੇਵਾਰੀ ਰੱਖਦਾ ਹਾਂ। ਮੈਂ 2 ਚੱਕਰ ਮੇਰੇ ਅਤੇ ਕਿਤਾਬਾਂ ਦੇ 15 ਪੇਟੀਆਂ ਅਤੇ ਚਿੱਠੀਆਂ ਫਾਈਲਾਂ ਇੱਥੇ ਲਿਆਂਦੀਆਂ ਹਨ, ਕਿਉਂਕਿ ਉਹਨਾਂ ਨੇ ਚਾਹਿਆ ਸੀ ਕਿ ਮੈਂ ਉਹ ਲਵਾਂ ਅਤੇ ਸੱਚਾਈ ਨੂੰ ਮੈਨੂੰ ਉਹਨਾਂ ਨੂੰ ਦੱਸਣੀ ਪੈਣੀ ਹੈ। ਇੱਕੋ ਹੀ ਵਾਰ ਮੈਂ ਉਸ ਸਭ ਨੂੰ ਨਹੀਂ ਪੜ੍ਹ ਸਕਦਾ। ਮੈਨੂੰ ਇਹ ਹੌਲੀ ਹੌਲੀ ਕਰਨਾ ਪੈਣਾ ਹੈ। ਮੈਂ ਤਾਂ ਸਿਰਫ ਅੱਧਾ ਕੁ ਘੰਟਾ ਹੀ ਇਸ ਤੇ ਲਗਾਉਂਦਾ ਹਾਂ, ਕਿਉਂਕਿ ਕਦੇ ਕਦੇ ਮੈਂ ਇਸ ਵਿੱਚ ਇੰਨਾ ਜ਼ਿਆਦਾ ਖੁੱਭ ਜਾਂਦਾ ਹਾਂ ਜੋ ਮੇਰੇ ਪਿਤਾ ਦੇ ਇੱਥੇ ਨਾ ਹੋਣ ਕਰਕੇ ਮੈਨੂੰ ਉਦਾਸ ਕਰ ਦਿੰਦਾ ਹੈ। ਅਤੇ ਜੇ ਮੈਂ ਪੜ੍ਹਦਾ ਹਾਂ ਤਾਂ ਉਸ ਵਿੱਚ ਇੰਨਾ ਖੁੱਭ ਜਾਂਦਾ ਹੈ ਕਿ ਜੋ ਮੈਂ ਪੜ੍ਹਦਾ ਹਾਂ ਉਹ ਭੁੱਲ ਜਾਂਦਾ ਹਾਂ। ਪਰ ਇੱਕ ਚੀਜ਼ ਜੋ ਬਹੁਤ ਮਹਾਨ ਹੈ, ਜੋ ਮੈਂ ਆਪਣੇ ਪਿਤਾ ਦੇ ਸਮਾਨ ਵਿੱਚ ਲੱਭੀ ਹੈ, ਉਹ ਹੈ ਉਸ ਦੀਆਂ ਸਾਰੀਆਂ ਪੁਰਾਣੀਆਂ ਬਾਈਬਲਾਂ। ਮੇਰੇ ਪਿਤਾ 1935 ਤੋਂ ਬਾਈਬਲ ਦਾ ਪ੍ਰਚਾਰ ਕਰਦੇ ਆ ਰਹੇ ਹਨ ਅਤੇ ਮੇਰੇ ਕੋਲ ਬਾਈਬਲ ਹੈ ਜਿਸ ਵਿੱਚ ਉਸ ਨੇ 1935 ਵਿੱਚ ਪ੍ਰਚਾਰ ਕੀਤਾ ਸੀ ਅਤੇ ਉਸ ਦੀਆਂ ਸਾਰੀਆਂ ਨੋਟ ਕੀਤੀਆਂ ਗੱਲਾਂ ਜੋ ਕਿ ਹੱਸ਼ੀਆਂ ਉੱਤੇ ਲਿਖੀਆਂ ਹੋਈਆਂ ਹਨ, ਮੇਰੇ ਨਿਸ਼ਾਨਾ ਖੁਦ ਉਹਨਾਂ ਨੂੰ ਪੜ੍ਹਨਾ ਅਤੇ ਫਿਰ ਉਹਨਾਂ ਵਿੱਚ ਇੱਕ ਬਾਈਬਲ ਮੈਂ ਆਪਣੇ ਸਾਰੇ ਹੀ 4 ਬੱਚਿਆਂ ਨੂੰ ਦੇਣੀ ਚਾਹੁੰਦਾ ਹਾਂ, ਤਾਂ ਕਿ ਉਹ ਜਾਣਨ ਕਿ ਉਹਨਾਂ ਦੀ ਆਤਮਿਕ ਵਿਰਾਸਤ ਮੇਰੇ ਨਾਲ ਆਰੰਭ ਨਹੀਂ ਸੀ ਹੋਈ। ਇਹ ਤਾਂ ਬਹੁਤ ਹੀ ਪਿੱਛੇ ਤੱਕ ਜਾਂਦੀ ਹੈ। ਪਰ ਕੀ ਆਪ ਜਾਣਦੇ ਹੋ ਕਿ ਮੈਂ ਕੀ ਖੋਜਿਆ ਹੈ? ਇਹ ਕਿ ਮੇਰਾ ਪਿਤਾ ਆਪਣੀ ਬਾਈਬਲ ਵਿੱਚ ਕੁਝ ਗੱਲਾਂ ਨੋਟ ਕਰਦਾ ਹੁੰਦਾ ਸੀ, ਜੋ ਉਹਨਾਂ ਹੀ ਨੋਟ ਕੀਤੀਆਂ ਗੱਲਾਂ ਵਰਗੀਆਂ ਜਾਪਦੀਆਂ ਹਨ ਜੋ ਮੈਂ ਆਪਣੀ ਬਾਈਬਲ ਵਿੱਚ ਲਿਖਦਾ ਹਾਂ। ਹੁਣ ਆਪ ਆਖਦੇ ਹੋ ਇਹ ਤਾਂ ਇਸ ਕਰਕੇ ਹੈ ਕਿਉਂਕਿ ਆਪ ਉਸੇ ਹੀ ਪਰਿਵਾਰ ਵਿੱਚੋਂ ਹੋ। ਇਹ ਤਾਂ ਜੀਨ ਜਾਤੀ ਹੀ ਹੈ। ਨਹੀਂ, ਇਹ ਤਾਂ ਪਰਮੇਸ਼ਰ ਦੇ ਵਚਨ ਦੇ ਪ੍ਰਤੀ ਉਹੀ ਹੀ ਜਵਾਬਦੇਹੀ ਹੈ। ਮੇਰੇ ਪਿਤਾ ਠੀਕ ਉਸੇ ਤਰ੍ਹਾਂ ਹੀ 1935 ਵਿੱਚ ਸੰਦੇਸ਼ ਦਾ ਪ੍ਰਚਾਰ ਕਰਦਾ ਰਿਹਾ, ਜਿਸ ਤਰ੍ਹਾਂ ਅੱਜ ਸੰਦੇਸ਼ ਦਾ ਪ੍ਰਚਾਰ ਮੈਂ ਕਰਦਾ ਹਾਂ। ਇਹ ਇੱਕ ਭਿੰਨ ਸੱਭਿਆਚਾਰ ਉੱਤਰਦੇਹੀ ਸੀ, ਪਰ ਇਹ ਤਾਂ ਉਹੀ ਪੁਸਤਕ ਸੀ ਅਤੇ 1935 ਵਿੱਚ, ਫਿਰ 1945 ਵਿੱਚ, ਫਿਰ 1955 ਵਿੱਚ, ਫਿਰ 1965 ਵਿੱਚ, ਫਿਰ 1975 ਵਿੱਚ ਅਤੇ ਫਿਰ 85 ਵਿੱਚ, ਫਿਰ 95 ਵਿੱਚ ਅਤੇ ਲਗਾਤਾਰ ਸਨ 2000 ਦੇ ਅਗਸਤ ਮਹੀਨੇ ਤੱਕ, ਜਦੋਂ ਤੱਕ ਉਹ ਮਰ ਨਹੀਂ ਸੀ ਗਿਆ, ਉਹ ਇਸ ਪੁਸਤਕ ਦਾ ਅਧਿਐਨ ਕਰ ਰਿਹਾ ਸੀ ਅਤੇ ਇਸ ਪੁਸਤਕ ਦੀ ਸਿੱਖਿਆ ਦੇ ਰਿਹਾ ਸੀ।
ਇਸੇ ਪੁਸਤਕ ਦਾ ਪ੍ਰਚਾਰ ਕਰ ਰਿਹਾ ਸੀ ਅਤੇ ਜਿਸ ਤਰੀਕੇ ਨਾਲ ਉਹ ਜਾਣਦਾ ਸੀ ਇਸ ਪੁਸਤਕ ਨੂੰ ਕਿਵੇਂ ਜੀਆ ਜਾਂਦਾ ਹੈ, ਉਸ ਦੇ ਜਿਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਕਿਸੇ ਵੀ ਲਿਹਾਜ਼ ਨਾਲ ਉਹ ਇੱਕ ਸੰਪੂਰਨ ਮਨੁੱਖ ਨਹੀਂ ਸੀ, ਪਰ ਇਹ ਤਾਂ ਪਰਮੇਸ਼ਰ ਦੀ ਬਾਣੀ ਹੀ ਸੀ ਜਿਸ ਨੇ ਉਸ ਨੂੰ ਉਹ ਬਣਾਇਆ ਸੀ ਜੋ ਉਹ ਨਹੀਂ ਸੀ, ਜਿਸ ਨੇ ਆਪਣੇ ਸਾਰੇ ਬੱਚਿਆਂ ਨੂੰ ਮਸੀਹ ਹੋਣ ਦਾ ਕਾਰਨ ਹੱਦੋਂ ਵੱਧ ਦਿੱਤਾ ਸੀ, ਉਹਨੂੰ ਬਣਾਇਆ ਸੀ, ਜਿਸ ਨਾਲ ਇੱਕ ਕਾਲਜ ਦੀ ਸਥਾਪਨਾ ਕੀਤੀ ਸੀ ਜਿਸ ਵਿੱਚ ਹੁਣ ਲਗਭਗ 2800 ਵਿਦਿਆਰਥੀ ਹਨ ਅਤੇ ਉਹ ਪਰਮੇਸ਼ਰ ਦੀ ਬਾਣੀ ਦੀ ਸਿੱਖਿਆ ਦੇ ਰਹੇ ਹਨ। ਇਹ ਹੈ ਉਹ ਪਰਮੇਸ਼ਰ ਦੀ ਬਾਣੀ। ਮੇਰੇ ਦੋਸਤੋ, ਇਹ ਸਾਡੇ ਪਿਤਰਾਂ ਦੀ ਨੇਚਾ ਹੈ। ਜੇਕਰ ਆਪ ਨੇ ਇਸ ਪੁਸਤਕ ਉੱਤੇ ਧੂੜ ਨੂੰ ਪੈਣ ਦਿੱਤਾ ਹੈ ਤਦ ਮੈਂ ਬਸ ਆਪ ਨੂੰ ਚੇਤਾਵਨੀ ਦੇਣੀ ਚਾਹੁੰਦਾ ਹਾਂ। ਆਪ ਉਸ ਨੂੰ ਪੁਰਾਣੀ ਕਹਾਵਤ ਜਾਣਦੇ ਹੋ ਕਿ ਆਪ ਨਹੀਂ ਜਾਣਦੇ ਕਿ ਜੇਕਰ ਸਾਰੇ ਮਸੀਹੀ ਆਪਣੀਆਂ ਸਾਰੀਆਂ ਬਾਈਬਲਾਂ ਉੱਤੇ ਧੂੜ ਨੂੰ ਝਾੜ ਦੇਣ ਤਦ ਇਹ ਇਤਿਹਾਸ ਵਿੱਚ ਸਭ ਤੋਂ ਵੱਡੀ ਧੂੜ ਦੀ ਹਨੇਰੀ ਹੋਵੇਗੀ। ਜੀ ਹਾਂ, ਮੈਂ ਆਪ ਨੂੰ ਥੋੜਾ ਚਿੜਾ ਰਿਹਾ ਹਾਂ। ਆਪ ਵਿੱਚ ਕੁਝ ਇਸ ਪੁਸਤਕ ਨੂੰ ਕਲੀਸਿਆ ਵਿੱਚ ਲਿਆਉਂਦੇ ਹਨ ਅਤੇ ਜਦੋਂ ਤੱਕ ਆਪ ਅਗਲੇ ਐਤਵਾਰ ਕਲੀਸਿਆ ਵਿੱਚ ਨਹੀਂ ਆ ਜਾਂਦੇ ਉਦੋਂ ਤੱਕ ਆਪ ਇਸ ਨੂੰ ਦੁਬਾਰਾ ਵੇਖਦੇ ਹੀ ਨਹੀਂ। ਇਹ ਪੁਸਤਕ ਸਾਡੇ ਵਾਸਤੇ ਪਰਮੇਸ਼ਰ ਦਾ ਪਵਿੱਤਰ ਅਤੇ ਸੱਚਾ ਵਚਨ ਹੈ। ਅੱਜ ਅਸੀਂ ਪਹਿਲਾ ਤਸਨੀਕੀਆਂ ਦੀ ਪੱਤਰੀ 1 ਅਧਿਆਏ ਉਸ ਦੀਆਂ 1 ਤੋਂ 10 ਐਤਾਂ ਬਾਰੇ ਗੌਰ ਕਰਾਂਗੇ। ਸਾਡੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਵਿਚਾਰ ਕੀਤੇ ਜਾਣ ਵਾਲੇ ਵਿਸ਼ਿਆਂ ਦੀ ਰੂਪਰੇਖਾ ਇਸ ਤਰ੍ਹਾਂ ਹੋਵੇਗੀ। ਪ੍ਰਸਾਰਕ ਮਸੀਹੀ ਸ਼ਕਤੀਸ਼ਾਲੀ ਹੁੰਦੇ ਹਨ। ਪਹਿਲਾ ਅਧਿਆਏ ਉਸ ਦੀ 9 ਤੋਂ 10 ਐਤ ਅਤੇ 3 ਐਤ ਇਸ ਦੇ ਵਿੱਚ ਪਹਿਲਾ ਭਾਗ ਹੈ। ਊੜਾ, ਉਹਨਾਂ ਦੀ ਸ਼ਕਤੀ ਸੱਚੇ ਮਨ ਫਿਰੌ ਤੋਂ ਆਈ ਸੀ। 9 ਅਤੇ 10 ਐਤਾਂ। ਐੜਾ, ਉਹਨਾਂ ਦੀ ਸ਼ਕਤੀ ਉਹਨਾਂ ਦੇ ਝਗੜਾਲੂ ਵਰਤਾਓ ਤੋਂ ਆਈ ਸੀ। 1 ਅਧਿਆਏ 3 ਐਤ। ਪ੍ਰਸਾਰਕ ਮਸੀਹੀ ਸਥਿਰ ਹੁੰਦੇ ਹਨ। 5 ਐਤ। ਪ੍ਰਸਾਰਕ ਮਸੀਹ ਸਰਗਰਮ ਹੁੰਦੇ ਹਨ। 6 ਐਤ। ਪ੍ਰਸਾਰਕ ਮਸੀਹ ਪ੍ਰਚਾਰਕ ਹੁੰਦੇ ਹਨ। 8 ਅਤੇ 9 ਐਤ। ਪ੍ਰਸਾਰਕ ਮਸੀਹ ਅਸੰਬਤ ਹੁੰਦੇ ਹਨ। 10 ਐਤ। ਆਪ ਮੇਰੇ ਨਾਲ ਕਿਰਪਾ ਕਰਕੇ ਪਹਿਲੀ ਤਸਨੀਕੀਆਂ ਦੀ ਪੱਤਰੀ ਉਸ ਦੇ 1 ਅਧਿਆਏ ਤੋਂ ਆਪਣੀਆਂ ਬਾਈਬਲਾਂ ਨੂੰ ਖੋਲੋ। ਜਦੋਂ ਪੌਲੁਸ ਨੇ ਮਕਦੂਨੀਆ ਤੋਂ ਆਈ ਬੁਲਾਹਟ ਨੂੰ ਕਿ ਆਓ ਅਤੇ ਸਾਡੀ ਮਦਦ ਕਰੋ ਨੂੰ ਕਬੂਲ ਕੀਤਾ ਸੀ ਤਦ ਉਹ ਤਸਨੀਕੀਆਂ ਨੂੰ ਚਲਾ ਗਿਆ ਸੀ ਅਤੇ ਤਸਨੀਕੀਆਂ ਦੀ ਕਲੀਸਿਆ ਨਵੇਂ ਨੇਮ ਵਿੱਚ ਜ਼ਿਕਰ ਕੀਤੀ ਗਈ ਹੈ। ਮਹਾਨ ਕਲੀਸਿਆ ਵਿੱਚੋਂ ਇੱਕ ਸੀ। ਅਸਲ ਵਿੱਚ ਜਦੋਂ ਮੈਂ ਇਸ ਕਲੀਸਿਆ ਬਾਰੇ ਸੋਚਦਾ ਹਾਂ ਮੈਨੂੰ ਫਿਲਦਲਫੀਆ ਦੀ ਕਲੀਸਿਆ ਦੀ ਯਾਦ ਆਉਂਦੀ ਹੈ ਜਿਸ ਦਾ ਜ਼ਿਕਰ ਪ੍ਰਕਾਸ਼ ਦੀ ਪੋਥੀ ਵਿੱਚ ਕੀਤਾ ਗਿਆ ਹੈ। ਇੱਕੋ ਇੱਕ ਇਹੋ ਜਿਹੀ ਕਲੀਸਿਆ ਉਹਨਾਂ ਸਾਰੀਆਂ 7 ਕਲੀਸਿਆ ਵਿੱਚੋਂ ਜਿਨ੍ਹਾਂ ਦਾ ਜ਼ਿਕਰ ਪ੍ਰਕਾਸ਼ ਦੀ ਪੋਥੀ ਵਿੱਚ ਕੀਤਾ ਗਿਆ ਹੈ ਅਤੇ ਜਿਸ ਕਲੀਸਿਆ ਦੇ ਬਾਰੇ ਯਹੂਨਾ ਰਸੂਲ ਕੋਲੋਂ ਕੁਝ ਵੀ ਦੱਸਣ ਲਈ ਬੁਰੀ ਚੀਜ਼ ਨਹੀਂ ਸੀ। ਇਹ ਇੱਕ ਮਹਾਨ ਕਲੀਸਿਆ ਸੀ। ਪਹਿਲਾ ਤਸਨੀਕੀਆਂ ਦੀ ਕਲੀਸਿਆ ਕਿਸੇ ਵੀ ਲਿਹਾਜ਼ ਨਾਲ ਸੰਪੂਰਨ ਤਾਂ ਨਹੀਂ ਸੀ, ਪਰ ਇਹ ਇੱਕ ਮਹਾਨ ਕਲੀਸਿਆ ਸੀ। ਇਸ ਮਹਾਨ ਕਲੀਸਿਆ ਦੇ ਅੰਦਰ ਕੁਝ ਮਹਾਨ ਲੋਕ ਪਾਏ ਜਾਂਦੇ ਸਨ। ਮੈਂ ਸੋਚਦਾ ਸੀ ਕਿ ਇੱਕ ਤਰੀਕਾ ਜਿਸ ਦੇ ਅਨੁਸਾਰ ਇਸ ਪਹਿਲੇ ਅਧਿਆਏ ਦੇ ਇਹਨਾਂ ਵਚਨਾਂ ਬਾਰੇ ਅਸੀਂ ਅਧਿਐਨ ਕਰ ਸਕਦੇ ਹਾਂ ਉਹ ਹੈ ਇਸ ਵਿਸ਼ੇ ਬਾਰੇ ਵਿਚਾਰ ਕਰਨਾ ਕਿ ਇੱਕ ਪ੍ਰਸਾਰਕ ਮਸੀਹ ਹੋਣ ਦਾ ਅਰਥ ਕੀ ਹੁੰਦਾ ਹੈ। ਇਸ ਮਹਾਨ ਜੋ ਕੁਝ ਵੀ ਤਸਨੀਕੀਆ ਦੇ ਲੋਕ ਹੋਰ ਕੁਝ ਸਨ ਉਹ ਆਪਣੀ ਨੇਚਾ ਦੇ ਬਾਰੇ ਪ੍ਰਸਾਰਕ ਸਨ। ਬਾਈਬਲ ਸਾਨੂੰ ਦੱਸਦੀ ਹੈ ਕਿ ਜਿੱਥੇ ਵੀ ਉਹ ਗਏ ਸਨ ਉੱਥੇ ਦੇ ਲੋਕਾਂ ਨੇ ਯਸੂ ਦੇ ਬਾਰੇ ਸੁਣਿਆ ਸੀ। ਇਸ ਕਰਕੇ ਜਦੋਂ ਪੌਲੁਸ ਅਤੇ ਫਿਰ ਉਸ ਦੇ ਸਾਥੀ ਕਿਸੇ ਵੀ ਹਿੱਸੇ ਵਿੱਚ ਤਸਨੀਕੀਆ ਦੇ ਲੋਕਾਂ ਨੂੰ ਪ੍ਰਭੂ ਦੇ ਬਾਰੇ ਦੱਸਣ ਲਈ ਗਏ ਸਨ, ਜਦੋਂ ਉਹ ਉੱਥੇ ਪਹੁੰਚੇ ਸਨ ਉਹ ਪਹਿਲਾਂ ਹੀ ਪ੍ਰਭੂ ਦੇ ਬਾਰੇ ਜਾਣਦੇ ਸਨ ਕਿਉਂਕਿ ਤਸਨੀਕੀਆ ਦੇ ਲੋਕ ਉਹਨਾਂ ਤੋਂ ਬਹੁਤ ਅੱਗੇ ਸਨ। ਜਿੱਥੇ ਵੀ ਉਹ ਗਏ ਸਨ ਉਹਨਾਂ ਨੇ ਇੱਕ ਛਾਪ ਛੱਡੀ ਸੀ। ਇਹ ਹਮੇਸ਼ਾ ਹੀ ਮਸੀਹਾਂ ਦੇ ਨਾਲ ਇਸੇ ਤਰ੍ਹਾਂ ਨਹੀਂ ਹੁੰਦਾ। ਕੁਝ ਕੁ ਮਸੀਹ ਇਸ ਤਰ੍ਹਾਂ ਵਰਤਾਓ ਕਰਦੇ ਹਨ ਜਿਵੇਂ ਕਿ ਉਹ ਕਿਸੇ ਗੁਪਤ ਸੇਵਾ ਦੇ ਵਿੱਚ ਕਾਰਜ ਕਰ ਰਹੇ ਹੋਣ। ਆਪ ਨੂੰ ਤਾਂ ਉਦੋਂ ਤੱਕ ਉਹਨਾਂ ਬਾਰੇ ਪਤਾ ਵੀ ਨਹੀਂ ਲੱਗਦਾ ਜਦੋਂ ਤੱਕ ਆਪ ਉਹਨਾਂ ਨਾਲ ਅਗਲੇ 5 ਸਾਲਾਂ ਤੱਕ ਕੰਮ ਨਾ ਕਰ ਲਵੋ। ਤੂੰ ਤਾਂ ਇੱਕ ਮਸੀਹੀ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਉਹ ਤੁਹਾਡੇ ਉੱਤੇ ਜ਼ਿਆਦਾ ਪ੍ਰਭਾਵ ਨਹੀਂ ਪਾਉਂਦੇ। ਆਪ ਨੂੰ ਤਾਂ ਬਸ ਅਚਾਨਕ ਹੀ ਇਸ ਬਾਰੇ ਪਤਾ ਲੱਗਦਾ ਹੈ ਕਿ ਉਹ ਵੀ ਇਸੇ ਵਿਸ਼ਵਾਸ ਦੇ ਨਾਲ ਜੁੜੇ ਹੋਏ ਹਨ। ਦੂਸਰੇ ਲੋਕ ਹਨ ਉਹ ਮਸੀਹੀ ਹਨ, ਪਰ ਆਪ ਕਰੀਬ ਇਹ ਖੁਆਇਸ਼ ਰੱਖਦੇ ਹੋ ਕਿ ਉਹ ਇਸ ਤਰ੍ਹਾਂ ਨਾ ਹੁੰਦੇ। ਉਹ ਤਰੀਕਾ ਜਿਸ ਦੇ ਅਨੁਸਾਰ ਉਹ ਕਾਰਜ ਕਰਦੇ ਹਨ ਅਤੇ ਉਹ ਤਰੀਕਾ ਜਿਸ ਦੇ ਅਨੁਸਾਰ ਉਹ ਕਿਰਿਆਸ਼ੀਲ ਹੁੰਦੇ ਹਨ ਉਹ ਮਸੀਹਤ ਦੇ ਲਈ ਇੱਕ ਪਰੇਸ਼ਾਨੀ ਹੁੰਦੇ ਹਨ। ਤਸਨੀਕੀਆ ਦੇ ਵਿਸ਼ਵਾਸੀਆਂ ਬਾਰੇ ਇਹ ਸੱਚ ਨਹੀਂ ਸੀ। ਉਹ ਪ੍ਰਸਕ ਵਿਸ਼ਵਾਸੀ ਸਨ ਅਤੇ ਜਦੋਂ ਪੌਲੁਸ ਤਸਨੀਕੀਆ ਨੂੰ ਆਇਆ ਅਤੇ ਉਸਨੇ ਵਿਸ਼ਵਾਸੀਆਂ ਦੀ ਇੱਕ ਮਹੱਤਵਪੂਰਨ ਦੇਹ ਨੂੰ ਇੱਕ ਸਥਾਨ ਕਲੀਸਿਆ ਦੇ ਵਿੱਚ ਸਥਾਪਿਤ ਕੀਤਾ ਸੀ ਅਤੇ ਇਹ ਮਸੀਹੀ
ਦੀ ਟੋਲੀ ਉਹਨਾਂ ਦੇ ਜ਼ਮਾਨੇ ਵਿੱਚ ਸੱਚਾਈ ਦਾ ਨਮੂਨਾ ਬਣ ਗਈ ਸੀ ਅਤੇ ਉਹ ਸਾਡੀ ਇਸ ਜ਼ਮਾਨੇ ਦੇ ਲਈ ਵੀ ਸੱਚਾਈ ਦੇ ਨਮੂਨਾ ਬਣ ਗਏ ਸਨ। ਅਸੀਂ ਉਹਨਾਂ ਦੇ ਜੀਵਨ ਦਾ ਅਧਿਐਨ ਕਰਦਿਆਂ ਇਹ ਸਿੱਖ ਸਕਦੇ ਹਾਂ ਕਿ ਸਾਨੂੰ ਕਿਵੇਂ ਜਿਉਣਾ ਚਾਹੀਦਾ ਹੈ। ਬਾਈਬਲ ਬਾਣੀ ਦੀ ਇਹੋ ਹੀ ਖੂਬਸੂਰਤੀ ਹੈ। ਮੈਂ ਇੱਥੇ ਅਧਿਆਪਕ ਜਾਂ ਤਕਨੀਕੀ ਹੋਣ ਦੀ ਖੁਆਇਸ਼ ਨਹੀਂ ਰੱਖਦਾ, ਮੈਂ ਤਾਂ ਇਸ ਦੇ ਬਾਰੇ ਵਿਵਹਾਰਿਕ ਹੋਣ ਦੀ ਖੁਆਇਸ਼ ਰੱਖਦਾ ਹਾਂ ਕਿ ਇੱਕ ਸੱਚੇ ਮਸੀਹੀ ਪ੍ਰਸਾਰਕ ਹੋਣ ਦਾ ਅਰਥ ਕੀ ਹੁੰਦਾ ਹੈ ਅਤੇ ਅਸੀਂ ਉੱਥੋਂ ਦੀ ਤਸਨੀਕੀਆ ਦੀ ਕਲੀਸਿਆ ਅਤੇ ਉੱਥੋਂ ਦੇ ਮੈਂਬਰਾਂ ਨੂੰ ਕੁਝ ਉਦਾਹਰਨਾਂ ਵਜੋਂ ਇਸਤੇਮਾਲ ਕਰ ਸਕਦੇ ਹਾਂ। ਉਹ ਕਿਸ ਤਰ੍ਹਾਂ ਦੇ ਲੋਕ ਸਨ, ਅਸੀਂ ਉਹਨਾਂ ਤੋਂ ਕਿਵੇਂ ਸਿੱਖ ਸਕਦੇ ਹਾਂ, ਅਸੀਂ ਉਹਨਾਂ ਦੇ ਜੀਵਨਾਂ ਨੂੰ, ਸਾਡੇ ਜੀਵਨਾਂ ਨੂੰ ਉਹਨਾਂ ਦੇ ਇਸ ਧਰਤੀ ਉੱਤੇ ਕਈ ਸੈਂਕੜੇ ਵਰੇ ਪਹਿਲਾਂ ਚੱਲਣ ਤੋਂ ਬਾਅਦ ਕਿਵੇਂ ਛੂਹ ਸਕਦੇ ਹਾਂ। ਇੱਕ ਲੇਖਕ ਨੇ ਲਿਖਿਆ ਹੈ ਕਿ ਤਸਨੀਕੀਆ ਦੇ ਬਾਰੇ 3 ਮਹੱਤਵਪੂਰਨ ਗੱਲਾਂ ਪਾਈਆਂ ਜਾਂਦੀਆਂ ਸਨ। ਉਹਨਾਂ ਨੇ ਮਸੀਹ ਵਿੱਚ ਜੀਵਨ ਦੀ ਸ਼ਕਤੀ ਨੂੰ ਭਾਲਿਆ ਸੀ। ਇਹ ਪਹਿਲੀ ਸੀ, ਜਦੋਂ ਉਹਨਾਂ ਨੇ ਮਸੀਹ ਨੂੰ ਕਬੂਲ ਕੀਤਾ ਤਦ ਕੁਝ ਵਰਪਿਆ ਸੀ ਅਤੇ ਇਹ ਸ਼ਕਤੀਸ਼ਾਲੀ ਬਦਲਾਅ ਸੀ ਅਤੇ ਉਹ ਹਮੇਸ਼ਾ ਵਾਸਤੇ ਬਦਲ ਗਏ ਸਨ। ਦੂਸਰੀ ਗੱਲ ਉਹਨਾਂ ਨੇ ਪਾਇਆ ਜੋ ਸੀ ਉਹ ਸੀ ਉਹਨਾਂ ਦੀ ਕਲੀਸਿਆ ਦੇ ਅੰਦਰ ਜੀਵਨ ਦਾ ਵਿਕਾਸ, ਤਾਂ ਕਿ ਜਦੋਂ ਉਹ ਕਲੀਸਿਆ ਨੂੰ ਆਉਂਦੇ ਸਨ ਉਹਨਾਂ ਦੇ ਮਸੀਹ ਨੂੰ ਕਬੂਲ ਕਰਨ ਤੋਂ ਬਾਅਦ ਤਦ ਉਹ ਪ੍ਰਤੱਖ ਹੋਣਗੇ ਅਤੇ ਉਹ ਵਧਣਗੇ ਅਤੇ ਉਹ ਇੱਕ ਦੂਸਰੇ ਨੂੰ ਇਹ ਸਿਖਾਉਣਗੇ ਕਿ ਉਸ ਸੰਗਤੀ ਦੇ ਦੁਆਰਾ ਜੋ ਉਹਨਾਂ ਨੇ ਪਾਈ ਸੀ ਅਤੇ ਪਰਮੇਸ਼ਰ ਦੀ ਬਾਣੀ ਦਾ ਅਧਿਐਨ ਕਰਨ ਦੇ ਦੁਆਰਾ ਤੋਂ ਕਿਵੇਂ ਬਿਹਤਰ ਮਸੀਹੀ ਬਣ ਸਕਦੇ ਸਨ। ਅਤੇ ਤੀਸਰੀ ਗੱਲ ਇਹ ਸੀ ਕਿ ਉਹਨਾਂ ਨੇ ਆਪਣੇ ਜੀਵਨ ਦੇ ਅਨੁਸ਼ਾਸਨ ਨੂੰ ਉਸ ਸ਼ਹਿਰ ਦੇ ਵਿੱਚ ਪਾਇਆ ਸੀ ਜਿੱਥੇ ਉਹ ਵੱਸਦੇ ਸਨ। ਪਹਿਲਾ ਤਸਨੀਕੀਆ ਦਾ ਸ਼ਹਿਰ ਰਹਿਣ ਦੇ ਲਈ ਕੋਈ ਮਹਾਨ ਸਥਾਨ ਨਹੀਂ ਸੀ। ਇਹ ਤਾਂ ਇੱਕ ਪ੍ਰਗਤੀਸ਼ੀਲ ਮਹਾਨਗਰ ਦੇ ਖੇਤਰ ਸੀ ਜਿੱਥੇ ਕਿ ਸਭ ਪ੍ਰਕਾਰ ਦੀਆਂ ਚੁਣੌਤੀਆਂ ਪਾਈਆਂ ਜਾਂਦੀਆਂ ਸਨ। ਪਰ ਇਹ ਮਸੀਹ ਤਸਨੀਕੀਆ ਦੇ ਵਿਖੇ ਸਾਰੀ ਸਭਿਅਤਾ ਦੇ ਵਿਚਕਾਰ ਸਲੂਣੇ ਸਨ ਅਤੇ ਮਸੀਹ ਦੇ ਲਈ ਜਿਉਣ ਦੀ ਚੁਣੌਤੀ ਨੇ ਉਹਨਾਂ ਨੂੰ ਉਹਨਾਂ ਦੇ ਜੀਵਨਾਂ ਦੇ ਵਿੱਚ ਅਨੁਸ਼ਚਿਤ ਕੀਤਾ ਸੀ। ਇਸ ਕਰਕੇ ਉਹ ਮਸੀਹ ਦੇ ਵਿੱਚ ਵਧੇ ਸਨ। ਜੇਕਰ ਆਪ ਹਮੇਸ਼ਾ ਹਰ ਸਮੇਂ ਵਿਸ਼ਵਾਸੀਆਂ ਦੇ ਦੁਆਰਾ ਹੀ ਘਿਰੇ ਰਹੇ ਹੋ, ਜੇਕਰ ਆਪ ਕਦੀ ਵੀ ਮਸੀਹ ਤੋਂ ਬਾਹਰਲੇ ਲੋਕਾਂ ਦੇ ਨਾਲ ਕੋਈ ਸੰਪਰਕ ਨਾ ਰੱਖੋ, ਤਦ ਮਸੀਹ ਦੇ ਵਿੱਚ ਵਧਣਾ ਬਹੁਤ ਮੁਸ਼ਕਲ ਹੁੰਦਾ ਹੈ। ਇਹ ਇੱਕ ਗੱਲ ਜਿਸ ਦਾ ਮੈਨੂੰ ਇੱਕ ਕਲੀਸਿਆ ਦੇ ਵਿੱਚ, ਇਸ ਤਰ੍ਹਾਂ ਦੀ ਕਲੀਸਿਆ ਦੇ ਵਿੱਚ ਲੱਗਦਾ ਹੈ, ਉਹ ਹੈ ਇਸ ਤਰ੍ਹਾਂ ਕਿ ਜਿੱਥੇ ਅਸੀਂ ਇੰਨੀ ਮਹਾਨ ਸੰਗਤ ਰੱਖਦੇ ਹੋਈਏ ਅਤੇ ਇੰਨੀਆਂ ਮਹਾਨ ਸੇਵਾਵਾਂ ਅਤੇ ਇੰਨਾ ਜ਼ਿਆਦਾ ਕੰਮ ਜਿਨ੍ਹਾਂ ਦੇ ਵਿੱਚ ਅਸੀਂ ਨਿੱਜੀ ਤੌਰ ਤੇ ਸ਼ਾਮਲ ਹੋ ਸਕਦੇ ਹਾਂ ਅਤੇ ਪ੍ਰਭੂ ਦੀ ਸੇਵਾ ਕਰ ਸਕਦੇ ਹਾਂ, ਉਹ ਹੈ ਕਿ ਅਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਲੋਕਾਂ ਦੁਆਰਾ ਹੀ ਘੇਰੀ ਰੱਖਦੇ ਹਾਂ। ਇਹ ਇੱਕ ਹੱਦ ਤੱਕ ਇਹ ਅੱਛਾ ਹੈ, ਪਰ ਜੇਕਰ ਅਸੀਂ ਆਪਣੀਆਂ ਨੇਚਾਂ ਨੂੰ ਜਗਤ ਵਿੱਚ ਬਾਹਰ ਕਦੇ ਵੀ ਨਹੀਂ ਲਿਜਾਂਦੇ, ਜੇਕਰ ਅਸੀਂ ਇਸ ਦੇ ਨਾਲ ਬਾਹਰ ਸ਼ਹਿਰ ਵਿੱਚ ਨਹੀਂ ਜਾਂਦੇ, ਤਦ ਇਸ ਤੋਂ ਪਹਿਲਾਂ ਕਿ ਅਸੀਂ ਜਾਣੀਏ ਕਿ ਸਾਨੂੰ ਕੀ ਵਾਪਰ ਗਿਆ ਹੈ, ਅਸੀਂ ਭਾਵਨਹੀਣ, ਠੰਡੇ ਅਤੇ ਉਦਾਸਹੀਣ ਆਰੰਭ ਕਰ ਦਿੰਦੇ ਹਾਂ, ਜੋ ਕਿ ਸਾਡੇ ਨੇਚਾ ਦੇ ਕਿਨਾਰੇ ਨੂੰ ਦੂਰ ਲੈ ਜਾਂਦਾ ਹੈ। ਪਹਿਲੀ ਗੱਲ, ਪਸਰਕ ਮਸੀਹੀ ਉਦਮੀ ਹੁੰਦੇ ਹਨ। ਪਹਿਲਾ ਅਧਿਆਇ ਉਸ ਦੀਆਂ 9 ਤੇ 10 ਐਤਾਂ ਅਤੇ ਤੀਸਰੀ ਐਤ। ਮੈਂ ਆਪ ਦੇ ਅੱਗੇ ਕਈ ਗੱਲਾਂ ਪੇਸ਼ ਕਰਨ ਜਾ ਰਿਹਾ ਹਾਂ ਜੋ ਕਿ ਤਸਨੀਕੀਆ ਦੇ ਵਿਸ਼ਵਾਸੀਆਂ ਦੇ ਬਾਰੇ ਸੱਚ ਹਨ ਅਤੇ ਜੋ ਸਾਡੇ ਬਾਰੇ ਵੀ ਸੱਚ ਹੋ ਸਕਦੀਆਂ ਹਨ ਜੇਕਰ ਅਸੀਂ ਪਰਮੇਸ਼ਰ ਦੀ ਬਾਣੀ ਨੂੰ ਆਪਣੇ ਦਿਲਾਂ ਦੇ ਅੰਦਰ ਉਤਰਨ ਦਈਏ। ਸਭ ਤੋਂ ਪਹਿਲਾਂ ਆਓ ਅਸੀਂ ਇਸ ਵਿਚਾਰ ਦੇ ਬਾਰੇ ਸੋਚੀਏ ਕਿ ਪ੍ਰਸਾਰਕ ਮਸੀਹ ਉਦਮੀ ਹਨ। ਜੇਕਰ ਅਸੀਂ ਵਾਪਸ ਪਹਿਲਾਂ ਤਸਨੀਕੀਆ ਪਹਿਲਾ ਅਧਿਆਇ ਉਸ ਦੀ 9 ਤੋਂ 10 ਐਤ ਦੇ ਵਿੱਚ ਆਈਏ, ਤਦ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ, ਉਹ ਤਾਂ ਆਪੇ ਸਾਡੇ ਵਿਖੇ ਦੱਸਦੇ ਹਨ ਜੋ ਤੁਹਾਡੇ ਕੋਲ ਸਾਡਾ ਆਉਣਾ ਕਿਸ ਪ੍ਰਕਾਰ ਦਾ ਹੋਇਆ ਅਤੇ ਤੁਸੀਂ ਕਿਵੇਂ ਮੂਰਤੀਆਂ ਨੂੰ ਛੱਡ ਕੇ ਪਰਮੇਸ਼ਰ ਦੀ ਵੱਲ ਮੁੜੇ। ਭਾਈ ਸਤਿ ਸ਼੍ਰੀ ਅਕਾਲ, ਪਰਮੇਸ਼ਰ ਦੀ ਸੇਵਾ ਕਰੋ ਅਤੇ ਉਹਦੇ ਪੁੱਤਰ ਸਵਰਗੋਂ ਆਉਣ ਦੀ ਉਡੀਕ ਕਰੋ, ਜਿਸ ਨੂੰ ਉਹਨੇ ਮੁਰਦਿਆਂ ਵਿੱਚੋਂ ਜਵਾ ਲਿਆ, ਅਰਥਾਤ ਯਸੂ ਦੀ, ਜਿਹੜਾ ਸਾਨੂੰ ਆਉਣ ਵਾਲੇ ਕ੍ਰੋਧ ਤੋਂ ਬਚਾ ਲੈਂਦਾ ਹੈ। ਹੁਣ ਵਾਪਸ 3 ਐਤ ਤੇ ਆਓ ਅਤੇ ਤੁਹਾਡੀ ਨੇਚਾ ਦਾ ਕੰਮ ਅਤੇ ਪ੍ਰੇਮ ਦੀ ਮਿਹਨਤ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਉੱਤੇ ਤੁਹਾਡੀ ਆਸ਼ਾ ਦੀ ਧੀਰਜ ਆਪਣੇ ਪਰਮੇਸ਼ਰ ਅਤੇ ਪਿਤਾ ਅੱਗੇ ਨਿਤ ਚੇਤੇ ਕਰਦੇ ਹਾਂ। ਊੜਾ ਭਾਗ, ਉਹਨਾਂ ਦੀ ਸ਼ਕਤੀ ਉਹਨਾਂ ਦੇ ਸੱਚੇ ਮਨ ਫਿਰੌ ਤੋਂ ਮਿਲੀ ਸੀ। 9 ਤੇ 10 ਐਤ। ਹੁਣ ਇਹਨਾਂ ਮਸੀਹਾਂ ਨਾਲ ਕੀ ਵਰਤਿਆ ਸੀ? ਸਭ ਤੋਂ ਪਹਿਲਾਂ ਇਹ ਕਿ ਉਹਨਾਂ ਦੀ ਸ਼ਕਤੀ ਇੱਕ ਸੱਚੇ ਮਨ ਫਿਰੌ ਤੋਂ ਮਿਲੀ ਸੀ। ਮੈਂ ਇਸ ਸ਼ਬਦ ਦਾ ਇਸਤੇਮਾਲ ਬਹੁਤ ਧਿਆਨਪੂਰਵਕ ਕਰਨਾ ਚਾਹੁੰਦਾ ਹਾਂ। ਉੱਥੇ ਬਹੁਤ ਸਾਰੇ ਲੋਕ ਬਚਾਏ ਜਾਣ ਦੇ ਬਾਰੇ ਗੱਲ ਕਰਦੇ ਹਨ ਜੋ ਕਿ ਕਦੇ ਵੀ ਨਹੀਂ ਬਚਾਏ ਗਏ। ਕੀ ਆਪ ਜਾਣਦੇ ਹੋ ਕਿ ਮੈਂ ਕਿਸ ਚੀਜ਼ ਦੇ ਬਾਰੇ ਗੱਲ ਕਰਦਾ ਹਾਂ? ਉਹ ਨਵੇਂ ਸਿਰੋਂ ਜਨਮ ਪਾਉਣ ਬਾਰੇ ਗੱਲਾਂ ਕਰਦੇ ਹਨ। ਕਿਸੇ ਨੇ ਆਖਿਆ ਸੀ ਕਿ ਨਵੇਂ ਸਿਰੋਂ ਜਨਮ ਪਾਉਣ ਵਾਲਾ ਪਲ 100 ਮੀਲ ਲੰਬਾ ਹੁੰਦਾ ਹੈ ਤੇ 1 ਇੰਚ ਦਾ 8ਵਾਂ ਹਿੱਸਾ। ਮੈਂ ਸੋਚਦਾ ਹਾਂ
ਕਿ ਇਸ ਦੇ ਵਿੱਚ ਕੁਝ ਨਾ ਕੁਝ ਸੱਚਾਈ ਹੈ ਕਿ ਬਹੁਤ ਸਾਰੇ ਮਸੀਹੀ ਇਹੋ ਜਿਹੇ ਨਹੀਂ ਹਨ ਜੋ ਕਿ ਨੇਚਰ ਦੇ ਵਿੱਚ ਕਾਫੀ ਸਥਾਪਿਤ ਹੋ ਜਾਂਦੇ ਹਨ ਤਾਂ ਕਿ ਆਪ ਉਹਨਾਂ ਦੇ ਜੀਵਨ ਦੇ ਦੁਆਰਾ ਇੱਕ ਪ੍ਰਦਰਸ਼ਿਤ ਕਰ ਸਕੋ ਕਿ ਉਹ ਸੱਚੇ ਹਨ। ਮੈਂ ਆਪ ਨੂੰ ਇੱਕ ਸਵਾਲ ਪੁੱਛਦਾ ਹਾਂ, ਆਪ ਆਪਣੀ ਨੇਚਰ ਦੇ ਸੱਚੇ ਸੁਭਾਅ ਨੂੰ ਕਿਵੇਂ ਪ੍ਰਦਰਸ਼ਿਤ ਕਰ ਸਕਦੇ ਹੋ? ਆਪ ਦੀ ਨੇਚਰ ਆਪ ਦੇ ਕੰਮ ਦੇ ਦੁਆਰਾ ਯਾਕੂਬ ਦੀ ਪੱਤਰੀ ਦੇ ਅਨੁਸਾਰ ਪ੍ਰਦਰਸ਼ਿਤ ਕੀਤੀ ਜਾਂਦੀ ਹੈ। ਆਪ ਕੰਮਾਂ ਦੇ ਦੁਆਰਾ ਨਹੀਂ ਬਚਾਏ ਜਾਂਦੇ, ਪਰ ਜਦੋਂ ਆਪ ਬਚਾਏ ਗਏ ਹੋ ਤਦ ਜੋ ਕੰਮ ਹਨ ਉਹ ਅੱਗੇ ਵੱਧਦੇ ਹਨ। ਉਹਨਾਂ ਦੇ ਜੀਵਨਾਂ ਦਾ ਇੱਕ ਸੱਚਾ ਹਿੱਸਾ ਸੀ ਜੋ ਕਿ ਉਹਨਾਂ ਦੀ ਨੇਚਰ ਨੂੰ ਪ੍ਰਗਟ ਕਰ ਰਿਹਾ ਸੀ। ਬਾਈਬਲ ਬਾਣੀ ਸਾਨੂੰ ਉਹਨਾਂ ਦੇ ਮਨ ਫਰੋਹ ਦੇ ਬਾਰੇ ਦੱਸਦੀ ਹੈ। 9 ਅਤੇ 10 ਐਤਾਂ ਦੇ ਬਚਨਾਂ ਨੂੰ ਦੁਬਾਰਾ ਪੜ੍ਹੋ, ਉਹ ਤਾਂ ਆਪੇ ਹੀ ਸਾਡੇ ਵਿਖੇ ਦੱਸਦੇ ਹਨ ਜੋ ਤੁਹਾਡੇ ਕੋਲ ਸਾਡਾ ਆਉਣਾ ਕਿਸ ਪ੍ਰਕਾਰ ਦਾ ਹੋਇਆ ਅਤੇ ਤੁਸੀਂ ਕਿਵੇਂ ਮੂਰਤੀਆਂ ਨੂੰ ਛੱਡ ਕੇ ਪਰਮੇਸ਼ਰ ਦੀ ਵੱਲ ਮੁੜੇ। ਭਾਈ ਸਤਿ ਸ਼੍ਰੀ ਅਕਾਲ ਪਰਮੇਸ਼ਰ ਦੀ ਸੇਵਾ ਕਰੋ ਅਤੇ ਉਹਦੇ ਪੁੱਤਰ ਦੇ ਸਵਰਗੋਂ ਆਉਣ ਦੀ ਉਡੀਕ ਕਰੋ, ਜਿਸ ਨੂੰ ਉਹਨੇ ਮੁਰਦਿਆਂ ਵਿੱਚੋਂ ਚੁਬਾ ਲਿਆ, ਅਰਥਾਤ ਯਿਸੂ ਦੀ, ਜਿਹੜਾ ਸਾਨੂੰ ਆਉਣ ਵਾਲੇ ਕ੍ਰੋਧ ਤੋਂ ਬਚਾ ਲੈਂਦਾ ਹੈ। ਮੈਂ ਆਪਣੀ ਕਾਪੀ ਵਿੱਚ ਉਹਨਾਂ ਦੇ ਬਾਰੇ ਲਿਖਿਆ ਹੈ ਕਿ ਉਹਨਾਂ ਦਾ ਮਨ ਫਿਰੌਹ ਦੇ ਵਿੱਚ ਇੱਕ ਬੀਤਿਆ ਕਾਰ ਸ਼ਾਮਲ ਸੀ। ਉਹ ਬੀਤੇ ਸਮਿਆਂ ਦੇ ਵਿੱਚ ਪਰਮੇਸ਼ਰ ਵੱਲ ਮੁੜੇ ਸਨ। ਮਨ ਫਿਰੌਹ ਕੁਝ ਅਜਿਹਾ ਨਹੀਂ ਹੈ ਜੋ ਕਿ ਹੌਲੀ ਹੌਲੀ ਵਰਪਦਾ ਹੈ। ਹੋ ਸਕਦਾ ਹੈ ਆਪ ਇਸ ਦੇ ਤੱਕ ਕਾਰਜਸ਼ੀਲ ਹੋਵੋ, ਹੋ ਸਕਦਾ ਹੈ ਮਨ ਫਿਰੌਹ ਤੱਕ ਆਉਣਾ ਹੌਲੀ ਹੌਲੀ ਹੋਵੇ, ਪਰ ਜਦੋਂ ਆਪ ਦਾ ਮਨ ਫਿਰੌਹ ਹੋ ਜਾਂਦਾ ਹੈ ਤਦ ਇਹ ਸਮੇਂ ਦਾ ਇੱਕ ਪਲ ਹੁੰਦਾ ਹੈ। ਇਹ ਤਾਂ ਮੌਤ ਤੋਂ ਜੀਵਨ ਵੱਲ ਆਉਣਾ ਹੁੰਦਾ ਹੈ। ਇਹ ਤਾਂ ਨਵੇਂ ਸਿਰਿਓਂ ਜੰਮਣਾ ਹੁੰਦਾ ਹੈ। ਆਮੀਨ। ਪਿਆਰੇ ਦਰਸ਼ਕੋ, ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅਖੀਰ ਤੱਕ ਬਣੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੇਖਿਆ ਕਿ ਪਰਮੇਸ਼ਵਰ ਦੇ ਵਚਨ ਦੀ ਸ਼ਕਤੀ ਸਾਨੂੰ ਫਲਦਾਇਕ ਬਣਾਉਂਦੀ ਹੈ। ਅਸੀਂ ਭਲੇ ਕੰਮ ਕਰਨ ਲੱਗ ਜਾਂਦੇ ਹਾਂ ਅਤੇ ਇਹ ਭਲੇ ਦੇ ਕੰਮ ਸਾਡੀ ਚਾਲ ਨੂੰ ਦਰਸਾਉਂਦੇ ਹਨ ਕਿ ਅਸੀਂ ਪਰਮੇਸ਼ਰ ਦੇ ਨਾਲ ਕਿਵੇਂ ਚੱਲ ਰਹੇ ਹਾਂ। ਅਸੀਂ ਵੇਖਿਆ ਕਿ ਸਾਡੇ ਭਲੇ ਦੇ ਕੰਮ ਸਾਡੇ ਵੈਰੀਆਂ ਨੂੰ ਹਰਾਉਂਦੇ ਹਨ। ਇਹ ਵਿਸ਼ਵਾਸ ਨੂੰ ਪ੍ਰਗਟ ਕਰਦੇ ਹਨ, ਸਾਡੀ ਨਾਗਰਿਕਤਾ ਨੂੰ ਬਿਆਨ ਕਰਦੇ ਹਨ ਅਤੇ ਸਾਡੀ ਪ੍ਰਭਾਵਪੂਰਨਤਾ ਦਾ ਨਿਰਧਾਰਨ ਕਰਦੇ ਹਨ। ਦੋਸਤੋ, ਇਸ ਤੋਂ ਬਾਅਦ ਅਸੀਂ ਨਵੇਂ ਵਿਸ਼ੇ ਨੂੰ ਸ਼ੁਰੂ ਕੀਤਾ। ਇਹ ਵਿਸ਼ਾ ਸੀ ਬਾਈਬਲ ਖੁਸ਼ਖਬਰੀ ਦੇ ਪ੍ਰਚਾਰ ਬਾਰੇ ਕੀ ਕਹਿੰਦੀ ਹੈ। ਸਾਨੂੰ ਇਸ ਤੋਂ ਪਤਾ ਲੱਗਦਾ ਹੈ ਕਿ ਖੁਸ਼ਖਬਰੀ ਦਾ ਪ੍ਰਚਾਰ ਕਿਸੇ ਵੀ ਕਲੀਸਿਆ ਦੇ ਲਈ ਇੱਕ ਮਹੱਤਵਪੂਰਨ ਕਰਨ ਵਾਲਾ ਕੰਮ ਹੈ। ਕਿਸੇ ਵੀ ਜਾਗਰੂਕ ਅਤੇ ਸਰਗਰਮ ਕਲੀਸਿਆ ਦੀ ਇਹ ਇੱਕ ਮਹੱਤਵਪੂਰਨ ਗਤੀਵਿਧੀ ਹੁੰਦੀ ਹੈ। ਹੁਣ ਸਾਨੂੰ ਇਜਾਜ਼ਤ ਦਿਓ ਕਿਉਂਕਿ ਸਾਡਾ ਅੱਜ ਦਾ ਸਮਾਂ ਸਮਾਪਤ ਹੋ ਗਿਆ। ਅਗਲੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਇਸੇ ਗੱਲ ਨੂੰ ਸਿੱਖਣਾ ਜਾਰੀ ਰੱਖਾਂਗੇ ਕਿ ਬਾਈਬਲ ਖੁਸ਼ਖਬਰੀ ਦੇ ਪ੍ਰਚਾਰ ਬਾਰੇ ਕੀ ਕਹਿੰਦੀ ਹੈ। ਸਾਰਿਆਂ ਨੂੰ ਜੈ ਮਸੀਹ ਦੀ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਿਕਾਰੀ ਸੱਚੇ ਜਿੰਦਾ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡੇ ਚਰਨਾਂ 'ਚ ਆਉਂਦੇ ਪ੍ਰਭੂ, ਤੁਹਾਡਾ ਧੰਨਵਾਦ ਦਿੰਦੇ ਕਿ ਤੁਸੀਂ ਸਾਡੇ ਸਾਰਿਆਂ ਦੇ ਉੱਤੇ ਆਪਣੀ ਬਰਕਤ ਬਖਸ਼ੀ ਹੈ। ਪਿਤਾ, ਸਾਨੂੰ ਸਾਰਿਆਂ ਨੂੰ, ਸਾਡੇ ਵੇਖਣ ਵਾਲਿਆਂ ਨੂੰ ਪ੍ਰਭੂ ਜੀ ਇਸ ਪ੍ਰੋਗਰਾਮ ਦੇ ਜ਼ਰੀਏ ਪ੍ਰਭੂ ਜੀ ਬਹੁਤ ਸਾਰੀ ਬਰਕਤ ਦਿੱਤੀ। ਅੱਜ ਅਸੀਂ ਪਿਤਾ ਪਰਮੇਸ਼ਵਰ ਕਲੀਸਿਆ ਦੀ ਉਹਨਾਂ ਗੱਲਾਂ ਬਾਰੇ ਸਿੱਖਿਆ ਜਿਹੜੀ ਥੈਸਲੋਨੀਕਿਆਂ ਦੇ ਵਿੱਚ ਪਾਈ ਜਾਂਦੀ ਸੀ। ਅਸੀਂ ਸਿੱਖਿਆ ਕਿ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਕਿੰਨਾ ਮਹੱਤਵਪੂਰਨ ਹੈ। ਪ੍ਰਭੂ ਜੀ, ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਸਾਡੇ ਤੇ ਦਇਆ ਕਰੋ, ਸਾਡੇ ਦਰਸ਼ਕਾਂ ਤੇ ਦਇਆ ਕਰੋ, ਤਾਂ ਕਿ ਅਸੀਂ ਖੁਸ਼ਖਬਰੀ ਦੇ ਇਸ ਸੰਦੇਸ਼ ਨੂੰ ਚੰਗੀ ਤਰ੍ਹਾਂ ਸਮਝ ਚੱਲੀਏ, ਕਿਉਂਕਿ ਇਹੀ ਖੁਸ਼ਖਬਰੀ ਸਾਨੂੰ ਪ੍ਰਭੂ ਯਿਸੂ ਮਸੀਹ ਦੇ ਮੁਕਤੀ ਦੇ ਦੁਆਰ ਤੱਕ ਲੈ ਕੇ ਜਾਂਦੀ ਹੈ। ਪ੍ਰਭੂ ਜੀ, ਅਸੀਂ ਆਪਣੇ ਆਪ ਨੂੰ, ਆਪਣੀ ਦੇਹ ਪ੍ਰਾਣ ਆਤਮਾ ਨੂੰ ਔਰ ਆਪਣੇ ਸਾਰੇ ਦਰਸ਼ਕਾਂ ਨੂੰ ਪ੍ਰਭੂ ਤੁਹਾਡੇ ਹੱਥਾਂ ਵਿੱਚ ਸੌਂਪਦੇ ਹਾਂ। ਤੁਸੀਂ ਉਹਨਾਂ ਦੀ ਨਿਗਹਿਬਾਨੀ ਕਰੋ, ਉਹਨਾਂ ਨੂੰ ਆਸ਼ੀਸ਼ ਔਰ ਬਰਕਤ ਦਿਓ। ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਜੈ ਮਸੀਹ ਦੀ ਦਰਸ਼ਕੋ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।